ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਬਾਬਾ ਨੰਦ ਸਿੰਘ ਜੀ ਦੇ ਜੀਵਨ ਦੇ ਦਰਸ਼ਨਾਂ ਦੀ ਜੋ ਅਗਲੀ ਪ੍ਰਸੰਗ ਕਥਾ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਸੋ ਜਦੋਂ ਮਹਾਂਪੁਰਖ ਬਾਬਾ ਨੰਦ ਸਿੰਘ ਜੀ ਬੰਦਗੀ ਕਰਦੇ ਸੀਗੇ, ਆਪਣੇ ਕੇਸਾਂ ਨੂੰ ਜਦ ਉਹ ਬਣ ਕੇ ਸਾਰੀ ਰਾਤ ਖੜ ਕੇ ਉਸ ਨਿਰੰਕਾਰ ਦੀ ਬੰਦਗੀ ਭਗਤੀ ਵਿੱਚ ਲੀਨ ਰਹਿੰਦੇ ਸੀਗੇ। ਉਸ ਟਾਈਮ ਇਹਨਾਂ ਨੂੰ ਭਗਤੀ ਕਰਦਿਆਂ ਦੇਖ ਕੇ ਇੱਕ ਭਗਵਾਨ ਦਾਸ ਜਿਹੜੇ ਇਹ ਨਾਮ ਦੇ ਇੱਕ ਕੋਈ ਸ਼ਖਸ ਹੋਏ ਆ। ਇਹ ਇਸ ਤਰ੍ਹਾਂ ਬੰਦਗੀ ਕਰਦਿਆਂ ਦੇਖ ਕੇ ਬਾਬਾ ਜੀ ਨੂੰ ਕੇਸ ਬੰਨ੍ਹ ਕੇ ਇਹਨਾਂ ਦੇ ਮਨ ਦੇ ਵਿੱਚ ਵੀ ਚਾਅ ਆਇਆ ਕਿ ਮੈਂ ਵੀ ਬੰਦਗੀ ਕਰਾਂ ਅਤੇ ਆਪਣੇ ਮਨ ਦੀ ਜਿਹੜੀ ਇੱਛਾ ਸੰਕਲਪ ਹੈ ਉਹਨੂੰ ਪੂਰਾ ਕਰਾਂ। ਸੋ ਭਗਵਾਨ ਦਾਸ ਜੀ ਦੇ ਮਨ ਦੇ ਵਿੱਚ ਜਦ ਇਹ ਫੁਰਨਾ ਆਇਆ ਅਤੇ ਉੱਥੇ ਇੱਕ ਲਾਗੇ ਖੂਹੀ ਸੀਗੀ ਅਤੇ ਖੂਹੀ ਦੇ ਕੋਲ ਇੱਕ ਦਰਖਤ ਸੀਗਾ ਅਤੇ ਭਗਵਾਨ ਦਾਸ ਉਹਨਾਂ ਦੀ ਬੋਧੀ ਹੁੰਦੀ ਸੀ ਆਪਣੇ ਸਿਰ ਦੇ ਉੱਪਰ। ਇਹਨਾਂ ਨੇ ਕੀ ਕੀਤਾ, ਆਪਣੀ ਬੋਧੀ ਰੱਸੀ ਦੇ ਨਾਲ ਬੰਨ੍ਹ ਕੇ ਅਤੇ ਉਹ ਦਰਖਤ ਦੇ ਨਾਲ ਬੰਨ੍ਹ ਕੇ ਜਦ ਰੱਬ ਕਰਨਾ ਸ਼ੁਰੂ ਕਰ ਦਿੱਤਾ। ਅਤੇ ਇਸ ਤਰ੍ਹਾਂ ਕਰਦੇ ਕਰਦੇ ਜਦ ਰਾਤ ਦੇ ਤਕਰੀਬਨ 2 ਜਾਂ 3 ਵਜੇ ਦੇ ਵਿਚਕਾਰ ਜਦ ਟਾਈਮ ਹੋਇਆ, ਉਸ ਟਾਈਮ ਆਪਾਂ ਸਾਰੀਆਂ ਸੰਗਤਾਂ ਜਾਣਦੀਆਂ ਕਿ ਨੀਂਦ ਜਿਹੜੀ ਆਪਣਾ ਪੂਰਾ ਜੋਬਨ ਜਿਹੜਾ ਹੈਗਾ ਜ਼ੋਰ ਪਾ ਜਾਂਦੀ ਹੈ ਇਨਸਾਨ ਦੇ ਉੱਪਰ, ਕਿਉਂਕਿ ਨੀਂਦ ਨੂੰ ਸਰ ਕਰਨ ਵਾਸਤੇ ਨੀਂਦ ਨੂੰ ਜਿੱਤਣ ਵਾਸਤੇ ਮਹਾਂਪੁਰਖ ਜਿਹੜੇ ਕਈ ਤਰ੍ਹਾਂ ਦੀਆਂ ਯੁਕਤੀਆਂ ਜਿਹੜੀਆਂ ਉਹ ਅਪਣਾਉਂਦੇ ਆ, ਤਾਂ ਜਾ ਕੇ ਇਹ ਨੀਂਦ ਜਿਹੜੀ ਹੌਲੀ ਹੌਲੀ ਸਹਿਜ ਦੇ ਵਿੱਚ ਫਤਿਹ ਹੁੰਦੀ ਆ। ਪਰ ਭਗਵਾਨ ਦਾਸ ਜੀ ਜਿਹੜੇ ਸੀਗੇ ਉਹ ਉਸੇ ਟਾਈਮ ਜਦੋਂ ਬੋਧੀ ਬੰਨ੍ਹ ਕੇ ਉਹ ਸ਼ੁਰੂ ਵਿੱਚ ਹੀ ਇਸ ਤਰ੍ਹਾਂ ਜਿਹੜੀ ਸੀ ਮਹਾਂਪੁਰਖ ਨੂੰ ਦੇਖ ਕੇ ਉਹਨਾਂ ਦੀ ਰੀਸ ਕਰਨ ਲੱਗੇ। ਅਚਨਚੇਤ ਨੀਂਦ ਦਾ ਇੱਕ ਐਸਾ ਝਟਕਾ ਪਿਆ ਹੈਗਾ ਕਿ ਉਸ ਝਟਕੇ ਦੇ ਵਿੱਚ ਬੋਧੀ ਜਿਹੜੀ ਸੀਗੀ ਉਹ ਪੁੱਟੀ ਗਈ ਅਤੇ ਭਗਵਾਨ ਦਾਸ ਜਦੋਂ ਮੁੰਦੇ ਮੂੰਹ ਥੱਲੇ ਡਿੱਗੇ ਆ ਅਤੇ ਥੱਲੇ ਜਿਹੜੇ ਸੀ ਉਹ ਕਕੀਰ ਦੇ ਕੰਢੇ ਸੀ, ਜਿਹਦੇ ਕਰਕੇ ਮੱਥੇ ਦੇ ਉੱਤੇ ਉਹਨਾਂ ਦੇ ਜਿਹੜੇ ਸੀਗੇ ਉਹ ਖੂਨ ਵੀ ਨਿਕਲਣ ਲੱਗ ਪਿਆ। ਪਰ ਜਦੋਂ ਉਹਨਾਂ ਨੂੰ ਹੋਸ਼ ਆਈ ਤਾਂ ਮਨ ਵਿੱਚ ਬੜੇ ਸ਼ਰਮਿੰਦੇ ਹੋਏ। ਇੱਕ ਤਾਂ ਜਿਹੜਾ ਸੀਗਾ ਮੂੰਹ ਸਾਰਾ ਸਜਾ ਲਿਆ ਜਿਹਦੇ ਨਾਲ ਖੂਨ ਵੀ ਨਿਕਲਿਆ ਹੈ, ਅਤੇ ਦੂਸਰਾ ਕੀ ਹੋਇਆ ਕਿ ਉਹਨਾਂ ਦੀ ਜਿਹੜੀ ਬੋਧੀ ਸੀਗੀ ਉਹ ਵੀ ਪੱਟੀ ਗਈ। ਤਾਂ ਫਿਰ ਮਨ ਉਹ ਸੋਚਣ ਲੱਗੇ ਕਿ ਕੀ ਮੈਂ ਹੁਣ ਇਹ ਜਿਹੜੀ ਜੋ ਮੇਰੇ ਨਾਲ ਘਟਨਾ ਹੋਈ ਆ ਇਹ ਮੈਂ ਮਹਾਂਪੁਰਖਾਂ ਨਾਲ ਸਾਂਝੀ ਕਰਾਂ ਜਾਂ ਨਾ ਕਰਾਂ, ਕੀ ਕਰਾਂ ਕੀ ਨਾ ਕਰਾਂ। ਖੈਰ ਇਸ ਤਰ੍ਹਾਂ ਸੋਚਦੇ ਵਿਚਾਰਦੇ ਜਦ ਦਿਨ ਚੜ੍ਹਿਆ ਅਤੇ ਭਗਵਾਨ ਦਾਸ ਜੀ ਬਾਬਾ ਨੰਦ ਸਿੰਘ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਏ ਅਤੇ ਆ ਕੇ ਮੱਥਾ ਟੇਕ ਕੇ ਸਿਰ ਦੇ ਉੱਪਰ ਪਰਨਾ ਬੰਨ੍ਹ ਕੇ ਜਦ ਬੈਠੇ ਅਤੇ ਦੇਖਦਿਆਂ ਸਾਰੀ ਬਾਬਾ ਨੰਦ ਸਿੰਘ ਹੁਣੀ ਮੁਸਕਰਾ ਪਏ ਅਤੇ ਮੁਸਕਰਾਉਂਦੇ ਬਾਬਾ ਨੰਦ ਸਿੰਘ ਹੁਣਾਂ ਨੇ ਭਗਵਾਨ ਦਾਸ ਜੀ ਨੂੰ ਇਹ ਕਹਿ ਦਿੱਤਾ, ਕਹਿੰਦੇ ਭਾਈ ਭਗਤੀ ਪਈ ਕਰੇਂਦੀ ਹੈ ਜਾਂ ਬੋਧੀ ਪਈ ਪਟੇਂਦੀ ਹੈ। ਸੋ ਜਦ ਇਹ ਬਚਨ ਸੁਣਿਆ ਸੀ ਭਗਵਾਨ ਦਾਸ ਜੀ ਨੇ ਤਾਂ ਬਸ ਫਿਰ ਕਿਸੇ ਬਾਬਾ ਨੰਦ ਸਿੰਘ ਹੁਣਾਂ ਦੇ ਚਰਨਾਂ ਵਿੱਚ ਬੈਠ ਗਿਆ। ਫਿਰ ਬਾਬਾ ਨੰਦ ਸਿੰਘ ਹੁਣਾਂ ਨੇ ਭਗਵਾਨ ਦਾਸ ਨੂੰ ਇਹ ਪੁੱਛਿਆ ਸੀਗਾ ਕਿ ਤੁਸੀਂ ਜਿਹੜੀ ਸੀ ਇਹ ਜੋ ਰੀਸ ਜਿਹੜੀ ਹੈ ਜਾਂ ਬੰਦਗੀ ਕਰਨ ਦੀ ਇਹ ਤੁਹਾਡੇ ਅੰਦਰ ਕਿਵੇਂ ਆਈ ਆ। ਸੋ ਫਿਰ ਭਗਵਾਨ ਦਾਸ ਨੇ ਆਪਣੇ ਮਨ ਦੀ ਇੱਛਾ ਕੀਤੀ ਸੀ ਕਿ ਮੈਂ ਗ੍ਰਸਤੀ ਬੰਦਾ ਹੈਗਾ ਅਤੇ ਗ੍ਰਸਤੀ ਬੰਦੇ ਦੇ ਮਨ ਦੇ ਵਿੱਚ ਮਾਇਆ ਦੀ ਖਿੱਚ ਜਿਹੜੀ ਬਣੀ ਰਹਿੰਦੀ ਹੈਗੀ ਆ, ਦੱਸੋ ਫਿਰ ਮੈਂ ਕੀ ਕਰਾਂ। ਪਰ ਫਿਰ ਮਹਾਂਪੁਰਖਾਂ ਨੇ ਕਿਹਾ ਸੀਗਾ ਕਿ ਤੁਸੀਂ ਧੰਨ ਗੁਰੂ ਨਾਨਕ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਦੀ ਸੇਵਾ ਕਰੋ। ਜਿਹੜੇ ਧੰਨ ਗੁਰੂ ਨਾਨਕ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੇਵਾ ਕਰਦੇ ਆ ਉਹਨਾਂ ਨੂੰ ਮਾਇਆ ਦੀ ਕਦੀ ਟੋਟ ਨਹੀਂ ਰਹਿੰਦੀ। ਸੋ ਫਿਰ ਭਗਵਾਨ ਦਾਸ ਇਸੇ ਤਰ੍ਹਾਂ ਜਿਹੜਾ ਸੀਗਾ ਉਹ ਆਪਣੇ ਜੀਵਨ ਦੇ ਵਿੱਚ ਕਰਦੇ ਰਹੇ ਆ ਅਤੇ ਸੇਵਾ ਕਰਦੇ ਰਹੇ, ਜਿਸ ਕਰਕੇ ਜਿਹੜੇ ਸੀਗੇ ਉਹ ਚੰਗੀ ਮਾਇਆ ਦੇ ਵਿੱਚ ਫਿਰ ਖੇਡਦੇ ਰਹੇ ਆ। ਇਸੇ ਤਰ੍ਹਾਂ ਇੱਕ ਭਾਈ ਮਹਿਤਾਬ ਸਿੰਘ ਜੀ ਹੋਏ ਆ, ਇਹਨਾਂ ਦੇ 3 ਪੁੱਤਰ ਹੋਏ ਆ, ਗਿਆਨ ਸਿੰਘ ਜੀ, ਜੀਵਨ ਸਿੰਘ ਜੀ, ਪ੍ਰੇਮ ਸਿੰਘ ਜੀ। ਇਹ ਜਿਹੜੇ ਭਾਈ ਮਹਿਤਾਬ ਸਿੰਘ ਹੋਏ ਆ ਇਹ ਕਾਫੀ ਧਨਾਢ ਹੋਏ ਆ, ਕਿਉਂਕਿ ਇਹਨਾਂ ਦਾ ਇੱਕ ਰੂੰ ਦਾ ਕਾਰਖਾਨਾ ਸੀਗਾ ਜਿੱਥੋਂ ਇਸ ਪਰਿਵਾਰ ਨੂੰ ਜਿਹੜੀ ਸੀ ਉਹ ਕਾਫੀ ਆਮਦਨ ਸੀਗੀ ਇਸ ਰੂੰ ਦੇ ਕਾਰਖਾਨੇ ਤੋਂ। ਸੋ ਇਸ ਪਰਿਵਾਰ ਦਾ ਜਿਹੜਾ ਧਨਾਢ ਹੋਣ ਦੇ ਨਾਲ ਕੁਦਰਤੀ ਇਹਨਾਂ ਦੇ ਵਿੱਚ ਵੀ ਜਿਹੜਾ ਗੁਮਾਨ ਸੀਗਾ ਉਹ ਕਾਫੀ ਵੱਧ ਗਿਆ ਸੀਗਾ, ਹੰਕਾਰ ਵਧਿਆ ਸੀਗਾ। ਸੋ ਮਹਿਤਾਬ ਸਿੰਘ ਦਾ ਇੱਕ ਭਰਾ ਜਿਹਦਾ ਨਾਂ ਸੁੱਖਾ ਸਿੰਘ ਸੀ ਉਹ ਗਰੀਬ ਸੀਗਾ, ਜਿਸ ਨੂੰ ਦੇਖ ਕੇ ਜਿਹੜਾ ਮਹਿਤਾਬ ਸਿੰਘ ਹੁੰਦਾ ਸੀ ਉਹ ਕਾਫੀ ਇਹਦੀ ਗਰੀਬੀ 'ਤੇ ਹੱਸਦਾ ਰਹਿੰਦਾ ਸੀਗਾ। ਕੁਦਰਤੀ ਨੀਤ ਇੱਕ ਵਾਰੀ ਐਸੀ ਹੋਈ ਕਿ ਇੱਕ ਮੁਸਲਮਾਨ ਜਿਹੜਾ ਜ਼ਾਤ ਦਾ ਸ਼ੰਬਾ ਸੀਗਾ ਉਹ ਮਗਿਆਣੇ ਤੋਂ ਇਹਨਾਂ ਦੇ ਜਾਣੀ ਬਾਗਾਂ ਦੇ ਵਿੱਚ ਕੱਪੜੇ ਲੈਣ ਵਾਸਤੇ ਆਇਆ। ਉਹ ਕੱਪੜਿਆਂ ਦੇ ਉੱਤੇ ਛਾਪੇ ਦਾ ਕੰਮ ਕਰਦਾ ਹੁੰਦਾ ਸੀ, ਕੱਪੜੇ ਵੀ ਰੰਗਦਾ ਹੁੰਦਾ ਸੀਗਾ। ਜਦੋਂ ਇੱਥੋਂ ਕੱਪੜੇ ਇਕੱਠੇ ਕਰਕੇ ਆਪਣੇ ਘਰ ਗਿਆ ਅਤੇ 10 ਦਿਨਾਂ ਬਾਅਦ ਜਦੋਂ ਕੱਪੜੇ ਰੰਗ ਕੇ ਲਿਆਇਆ ਅਤੇ ਉਹਨੇ ਜਿਹਨਾਂ ਤੋਂ ਕੱਪੜੇ ਫੜੇ ਸੀ ਉਹਨਾਂ ਸਾਰਿਆਂ ਨੂੰ ਕੱਪੜੇ ਜਿਹੜੇ ਸੀ ਰੰਗ ਵਾਲੇ ਵਾਪਸ ਕੀਤੇ। ਇਸੇ ਤਰ੍ਹਾਂ ਮਹਿਤਾਬ ਸਿੰਘ ਦੀ ਘਰਵਾਲੀ ਤੋਂ ਵੀ ਉਹਨੇ ਇੱਕ ਕੱਪੜਾ ਲਿਆ ਸੀ। ਜਦੋਂ ਉਹਨੇ ਕੱਪੜੇ ਜਿਹੜਾ ਰੰਗੇ ਉਹਦੀ ਘਰਵਾਲੀ ਨੂੰ ਵਾਪਸ ਕੀਤਾ ਤਾਂ ਉਹਦੀ ਘਰਵਾਲੀ ਨੇ ਮਹਿਤਾਬ ਸਿੰਘ ਦੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ
कि मैं तैनूं 2 कपड़े दिते, तू मैनूं 1 कपड़ा दिंदा हैगा। पर ये ਜਿਹੜਾ ਗਰੀਬ ਰਾ ਸ਼ੰਬਾ ਸੀਗਾ, ਇਹਨੇ ਕਹਿਤਾ ਕਿ ਤੁਸੀਂ ਮੈਨੂੰ ਇੱਕੋ ਹੀ ਕੱਪੜਾ ਦਿੱਤਾ ਹੈਗਾ, ਸੋ ਮੈਂ ਇੱਕੋ ਹੀ ਕੱਪੜਾ ਜਿਹੜਾ ਰੰਗ ਕੇ ਤੁਹਾਨੂੰ ਦੇ ਦਿੱਤਾ। ਪਰ ਇਹਦੀ ਘਰ ਵਾਲੀ ਪੈਸੇ ਦੇ ਗਰੂਰ ਦੇ ਵਿੱਚ ਜਿਹੜੀ ਸੀ ਉਹ ਬੋਲਦੀ ਰਹੀ ਕਿ ਮੈਂ ਤੈਨੂੰ 2 ਕੱਪੜੇ ਦਿੱਤੇ ਆ ਤੇ ਤੂੰ ਮੈਨੂੰ 1 ਕੱਪੜਾ ਦਿੰਦਾ ਹੈਗਾ, ਜਾਂ ਤਾਂ ਮੇਰਾ ਕੱਪੜਾ ਵਾਪਸ ਕਰ, ਨਹੀਂ ਤਾਂ ਮੈਨੂੰ ਕੱਪੜੇ ਦਾ ਜਿਹੜਾ ਹੈਗਾ ਉਹ ਜਿੰਨਾ ਵੀ ਮੁੱਲ ਹੈ ਉਹਦੀ ਕੀਮਤ ਵਾਪਸ ਕਰ ਦੇ। ਸੋ ਕਹਿੰਦੇ ਹੁੰਦੇ ਵੀ ਤਕੜੇ ਦਾ 37 20 100। ਜਦ ਇਹ ਜਿਹੜਾ ਸੀਗਾ ਸ਼ਿੰਬਾ ਕੱਪੜੇ ਰੰਗਣ ਵਾਲਾ ਜਦ ਇਹਦੀ ਪੇਸ਼ ਨਾ ਗਈ, ਇਹਨੇ ਕੀ ਕੀਤਾ ਕਿ ਜਿੰਨੇ ਵੀ ਕੱਪੜੇ ਰੰਗੇ ਸੀ ਉਹਨਾਂ ਦੇ ਜਿੰਨੇ ਵੀ ਪੈਸੇ ਜਾਂ ਮਜ਼ਦੂਰੀ ਇਹਨੂੰ ਬਚੀ ਸੀਗੀ, ਇਹਨੇ ਸਾਰੀ ਜਿਹੜੀ ਸੀਗੀ ਇਹ ਮਹਿਤਾਬ ਸਿੰਘ ਦੀ ਘਰ ਵਾਲੀ ਨੂੰ ਦੇ ਦਿੱਤੀ। ਜਦ ਦੇ ਦਿੱਤੀ ਤਾਂ ਮਨ ਵਿੱਚ ਬੜਾ ਦੁਖੀ ਹੋਇਆ ਕਿ ਦੇਖੋ, ਇੱਕ ਤਾਂ ਇਹਨੇ ਕੱਪੜਾ ਇੱਕ ਦਿੱਤਾ ਹੈ, ਦੂਸਰਾ ਝੂਠ ਬੋਲ ਕੇ ਮੈਨੂੰ ਬਦਨਾਮ ਕੀਤਾ ਹੈ, ਅਤੇ ਤੀਸਰਾ ਜਿਹੜਾ ਹੈਗਾ ਉਹ ਮੇਰੇ 10 ਦਿਨਾਂ ਦੀ ਜਿਹੜੀ ਕੱਪੜੇ ਰੰਗਣ ਦੀ ਕਮਾਈ ਸੀ ਉਹ ਵੀ ਇਹਦੀ ਘਰ ਵਾਲੀ ਨੇ ਖੋਹ ਲਈ ਆ। ਤਾਂ ਫਿਰ ਮੈਂ ਆਪਣੇ ਬੱਚਿਆਂ ਦਾ ਗੁਜ਼ਾਰਾ ਕਿਵੇਂ ਕਰਾਂਗਾ? ਇਹ ਸੋਚ ਕੇ ਹੈ ਨਾ, ਇਹ ਵਿਚਾਰਾ ਗਰੀਬੜਾ ਜਿਹੜਾ ਸ਼ਿੰਬਾ ਸੀਗਾ, ਇਹ ਆਪਣੇ ਪਿੰਡ ਜਿਹੜਾ ਸੀਗਾ ਮਗਿਆਣਾ, ਉਸ ਨੂੰ ਜਿਹੜਾ ਸੀ ਉਹ ਖਾਲੀ ਤੁਰ ਪਿਆ। ਜਦ ਤੁਰਿਆ ਤੇ ਕੁਦਰਤੀ ਵਾਹਿਗੁਰੂ ਵੱਲੋਂ ਕੋਈ ਐਸੀ ਖੇਡ ਆਈ ਕਿ ਇੱਕ ਹੈ ਨਾ ਕਾਲੀ ਬੋਲੀ ਹਨੇਰੀ ਜਿਹੜੀ ਸੀ ਰਾਤ ਨੂੰ ਚੱਲੀ। ਜਦ ਚੱਲੀ ਤੇ ਇਹ ਆਪਣੇ ਹੈ ਨਾ ਘਰ ਦਾ ਜਿਹੜਾ ਸੀਗਾ ਜਾਂ ਪਿੰਡ ਦਾ ਰਾਹ ਜਿਹੜਾ ਸੀ ਭੁੱਲ ਗਿਆ। ਜਦ ਭੁੱਲ ਗਿਆ ਹੈ ਨਾ, ਤੇ ਇਹਨੇ ਕੀ ਕੀਤਾ ਕਿ ਇੱਕ ਜਗ੍ਹਾ ਨਾ ਬੈਠ ਕੇ ਹਨੇਰੀ ਰੁਕਣ ਦਾ ਜਿਹੜਾ ਸੀਗਾ ਉਹਦਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੱਤਾ। ਸਮਾਂ ਜਿਹੜਾ ਸੀ ਜਦ ਕੁਛ ਲੰਘਿਆ, ਹਨੇਰੀ ਰੁਕੀ ਆ, ਜਦ ਥੋੜ੍ਹਾ ਜਿਹਾ ਮੌਸਮ ਪੱਧਰਾ ਹੋਇਆ ਤੇ ਇਹਨੇ ਕੀ ਦੇਖਿਆ ਕਿ ਜਿਸ ਜਗ੍ਹਾ ਬੈਠਾ ਸੀ ਨਾ, ਉੱਥੇ ਰੇਤਾ ਦੇ ਟਿੱਬੇ ਦੇ ਉੱਤੇ ਸੰਤ ਬਾਬਾ ਨਾਨਕ ਸਿੰਘ ਜੀ ਨੂੰ ਟਹਿਲਦੇ ਨਜ਼ਰ ਆਏ। ਜਦੋਂ ਇਹਦੀ ਹੈ ਨਾ ਦ੍ਰਿਸ਼ਟੀ ਬਾਬਾ ਨਾਨਕ ਸਿੰਘ ਤੇ ਪਈ ਆ, ਇਹ ਦੌੜ ਕੇ ਜਾ ਕੇ ਬਾਬਾ ਨਾਨਕ ਸਿੰਘ ਦੇ ਪੈਰੀਂ ਪੈ ਗਿਆ। ਜਦ ਪੈਰੀਂ ਪਿਆ ਤੇ ਉੱਚੀ ਉੱਚੀ ਰੋਣ ਲੱਗ ਪਿਆ। ਜਦ ਰੋਣ ਲੱਗ ਪਿਆ ਤਾਂ ਬਾਬਾ ਨਾਨਕ ਸਿੰਘ ਨੇ ਇਹਦੇ ਵੱਲ ਤੱਕਿਆ, ਤੱਕ ਕੇ ਕਹਿਣ ਲੱਗੇ, ਕਹਿੰਦੇ ਵੀ ਭਾਈ ਤੂੰ ਕਿਉਂ ਰੋਂਦਾ ਹੈਗਾ? ਤੇ ਇਹਨੇ ਸਾਰੀ ਹੈ ਨਾ ਰੋ ਕੇ ਆਪਣੀ ਮਿੱਥਿਆ ਜਿਹੜੀ ਸੀ ਸੁਣਾਈ ਸੀ ਵੀ ਕਿਵੇਂ ਮਹਿਤਾਬ ਸਿੰਘ ਦੀ ਘਰ ਵਾਲੀ ਨੇ ਉੱਤੇ ਝੂਠ ਇਲਜ਼ਾਮ ਦੇ ਕੇ ਜਿਹੜਾ ਸੀਗਾ ਦੂਸਰੇ ਕੱਪੜੇ ਦੇ ਪੈਸੇ ਲੈ ਲਏ ਆ, ਅਤੇ ਮੇਰੀ 10 ਦਿਨਾਂ ਦੀ ਮਿਹਨਤ ਮਜ਼ਦੂਰੀ ਜਿਹੜੀ ਆ ਉਹ ਮੈਂ ਸਾਰੀ ਉਹਨੂੰ ਦੇ ਕੇ ਫਿਰ ਖੇੜਾ ਛਡਾਇਆ ਹੈਗਾ। ਪਰ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਮੈਂ ਆਪਣੇ ਬੱਚਿਆਂ ਦਾ ਗੁਜ਼ਾਰਾ ਕਿਵੇਂ ਤੋਰਾਂਗਾ, ਕਿਵੇਂ ਰੋਟੀ ਘਰ ਜਾ ਕੇ ਖਾਵਾਂਗਾ। ਜਿਹਨੇ ਇਸ ਤਰ੍ਹਾਂ ਦੀ ਨਾ ਸਾਰੀ ਕਹਾਣੀ ਬਾਬਾ ਨਾਨਕ ਸਿੰਘ ਨੇ ਦੱਸੀ ਸੀ। ਫਿਰ ਬਾਬਾ ਨਾਨਕ ਸਿੰਘ ਨੂੰ ਬੜਾ ਤਰਸ ਆਇਆ ਸੀ ਇਹਦੇ 'ਤੇ, ਅਤੇ ਬਾਬਾ ਨਾਨਕ ਸਿੰਘ ਨੇ ਉਸੇ ਟਾਈਮ ਰੇਤਾ ਦੇ ਉੱਤੇ ਆਪਣਾ ਪੈਰ ਦਾ ਸੱਜਾ ਅੰਗੂਠਾ ਜਿਹੜਾ ਸੀਗਾ ਉਹ ਇੱਕ ਪਾਸੇ ਕਰਕੇ ਥੋੜ੍ਹੀ ਜਿਹੀ ਰੇਤਾ ਪਿੱਛੇ ਕਰਕੇ ਅਤੇ ਇਹਨੂੰ ਕਹਿਤਾ, ਕਹਿੰਦੇ ਭਾਈ ਜਿੰਨਾ ਤੇਰੇ ਕੱਪੜਿਆਂ ਦਾ ਜੋ ਵੀ ਕੀਮਤ ਮੁੱਲ ਹੈ ਤੂੰ ਥੱਲੇ ਚੱਕ ਲਾ। ਜਦ ਫਿਰ ਇਹ ਸ਼ਿੰਬੇ ਨੇ ਹੈ ਨਾ ਥੱਲੇ ਨਜ਼ਰ ਮਾਰੀ ਸੀ ਤਾਂ ਥੱਲੇ ਨੋਟਾਂ ਦੇ ਢੇਰ ਸੀਗੇ। ਇਹਨੇ ਕੀ ਕੀਤਾ, ਦੇਖੋ ਜਿੰਨੇ ਇਹਦੀ ਮਜ਼ਦੂਰੀ 10 ਦਿਨ ਦੀ ਬੜੀ ਸੀ ਜਿਹੜੀ ਮਹਿਤਾਬ ਸਿੰਘ ਦੀ ਘਰ ਵਾਲੀ ਨੂੰ ਦਿੱਤੀ ਸੀਗੀ, ਇਹਨੇ ਉਨੇ ਪੈਸੇ ਚੱਕੇ ਆ ਅਤੇ ਬਾਕੀ ਉਹਦੇ ਉੱਤੇ ਰੇਤਾ ਪਾਤੀ। ਅਤੇ ਬੜਾ ਖੁਸ਼ੀ ਹੋ ਕੇ ਨਾ ਆਪਣੇ ਪਿੰਡ ਜਿਹੜਾ ਸੀ ਬਾਬਾ ਨਾਨਕ ਸਿੰਘ ਦੇ ਸਹੁਰੇ ਜਸ ਗਾਉਂਦਾ ਚਲੇ ਗਿਆ। ਪਰ ਫਿਰ ਬਾਬਾ ਨਾਨਕ ਸਿੰਘ ਦੇ ਮੁੱਖ ਤੋਂ ਵੀ ਉਸ ਟਾਈਮ ਜਿਹੜਾ ਸੀ ਨੇ ਇਹ ਵਚਨ ਨਿਕਲਿਆ ਸੀਗਾ, ਕਹਿੰਦੇ ਭਾਈ ਵੀ ਜਿਹਨਾਂ ਨੇ ਤੇਰੇ ਨਾ ਕੱਪੜੇ ਖੋਏ ਆ, ਕਹਿੰਦੇ ਸੁੱਖ ਦੇ ਨਾਲ ਉਹਨਾਂ ਨੂੰ ਇਹ ਕੱਪੜੇ ਹੰਢਾਉਣ ਦਾ ਮੌਕਾ ਨਹੀਂ ਮਿਲੂਗਾ। ਬਸ ਇਹ ਵਚਨ ਕਾਹਦਾ ਸੀਗਾ, ਜਿਵੇਂ ਕਹਿ ਲਓ ਕਿ ਜਿਵੇਂ ਬੰਦੂਕ ਦੇ ਵਿੱਚੋਂ ਗੋਲੀ ਚੱਲ ਗਈ ਆ। ਬਸ ਫਿਰ ਕੀ ਸੀ, ਉੱਧਰ ਜਿਹੜਾ ਰੂੰ ਦਾ ਕਾਰਖਾਨਾ ਸੀਗਾ ਮਹਿਤਾਬ ਸਿੰਘ ਦਾ, ਉੱਥੋਂ ਦਿਨੋਂ ਦਿਨ ਘਾਟੇ ਪੈਣੇ ਸ਼ੁਰੂ ਹੋ ਗਏ। ਇਹ ਘਾਟੇ ਜਿਹੜੇ ਸੀ ਘਰ ਦਾ ਮਕਾਨ ਵੇਚ ਕੇ ਵੀ ਜਿਹੜੇ ਪੂਰੇ ਨਹੀਂ, ਇੱਥੋਂ ਤੱਕ ਜਿਹੜੇ ਘਰ ਦੇ ਕੱਪੜੇ ਵੀ ਵੱਜ ਗਏ, ਅਤੇ ਇਹ ਜਿਹੜਾ ਘਰ ਸੀਗਾ ਪੂਰਾ ਗਰੀਬੀ ਦੀ ਹਾਲਤ ਵਿੱਚ ਆ ਗਿਆ ਅਤੇ ਸੜਕ 'ਤੇ ਆ ਗਿਆ। ਜਦ ਸੜਕ 'ਤੇ ਆਇਆ ਅਤੇ ਮਹਾਂਪੁਰਖਾਂ ਦਾ ਵਚਨ ਸੱਤ ਹੋਇਆ, ਅਤੇ ਉੱਧਰੋਂ ਜਿਹੜਾ ਮਹਿਤਾਬ ਸਿੰਘ ਦਾ ਭਰਾ ਸੁੱਖਾ ਸਿੰਘ ਸੀਗਾ, ਉਹਦੇ ਵੀ ਜਿਹੜੇ ਲੜਕੇ ਸੀ ਉਹ ਵੀ ਦੁਕਾਨ ਚਲਾਉਂਦੇ ਸੀ। ਬਸ ਉਹਨਾਂ ਦੀ ਜਿਹੜੀ ਸੀ ਦੁਕਾਨ ਦੇ ਉੱਤੇ ਐਸੀ ਚੜ੍ਹਤ ਬਣੀ ਆ ਕਿ ਹੌਲੀ ਹੌਲੀ ਜਿਹੜੀ ਸੀ ਉਹਨਾਂ ਦੀ ਦੁਕਾਨ ਬਹੁਤ ਜ਼ਿਆਦਾ ਚੱਲਣ ਲੱਗ ਪਈ। ਦੁਕਾਨ ਛੋਟੀ ਤੋਂ ਜਿਹੜੀ ਸੀ ਉਹ ਬਹੁਤ ਵੱਡਾ ਇੱਕ ਭੰਡਾਰਾ ਬਣ ਗਿਆ, ਅਤੇ ਉੱਥੇ ਗਾਹਕਾਂ ਦੀ ਜਿਹੜੀ ਸੀ ਉਹ ਗਹਿਮਾ ਗਹਿਮੀ ਹੋਣੀ ਸ਼ੁਰੂ ਹੋ ਗਈ। ਬਸ ਫਿਰ ਕੀ ਸੀ, ਇੱਧਰ ਉਹ ਅਮੀਰੀ ਦੇ ਦਿਨ ਸ਼ੁਰੂ ਹੋ ਗਏ ਅਤੇ ਉੱਧਰ ਜਿਹੜੀ ਗਰੀਬੀ ਆ ਗਈ। ਬਸ ਫਿਰ ਕੀ ਸੀ, ਫਿਰ ਮਹਿਤਾਬ ਸਿੰਘ ਦੇ ਜਿਹੜੇ ਲੜਕੇ ਸੀਗੇ ਬਾਬਾ ਨਾਨਕ ਸਿੰਘ ਦੇ ਚਰਨਾਂ 'ਚ ਗਏ ਆ। ਉੱਥੇ ਜਾ ਕੇ ਫਿਰ ਇਹਨਾਂ ਨੇ ਬਾਬਾ ਨਾਨਕ ਸਿੰਘ ਤੋਂ ਜਿਹੜੀ ਸੀ ਉਹ ਆਪਣੇ ਘਰ ਦੇ ਗੁਜ਼ਾਰੇ ਦੇ ਵਾਸਤੇ ਆਪਣੇ ਦਰਬਾਰ ਦੇ ਵਿੱਚ ਫਿਰ ਕੀਰਤਨ ਕਰਨ ਦੀ ਆਗਿਆ ਮੰਗੀ ਸੀ। ਤਾਂ ਕਿਤੇ ਕਿਤੇ ਆਉਂਦੇ ਸੀਗੇ ਅਤੇ ਇਹ ਬਾਬਾ ਨਾਨਕ ਸਿੰਘ ਦੇ ਦੀਵਾਨ ਦੇ ਵਿੱਚ ਕੀਰਤਨ ਜਿਹੜੇ ਸੀਗੇ ਉਹ ਸੰਗਤਾਂ ਨੂੰ ਕਰਕੇ ਸੁਣਾਉਂਦੇ ਹੁੰਦੇ ਸੀ, ਅਤੇ ਫਿਰ ਆਪਣੇ ਘਰ ਦਾ ਗੁਜ਼ਾਰਾ ਕਰਦੇ ਹੁੰਦੇ ਸੀ। ਪਰ ਮਹਾਂਪੁਰਖਾਂ ਨੇ ਉਹਨੂੰ ਆਖਿਆ ਸੀਗਾ ਕਿ ਭਾਈ ਜਿਹੜਾ ਬਚਨ ਨਿਕਲ ਗਿਆ ਹੈਗਾ ਹੁਣ ਵਾਪਸ ਤਾਂ ਆ ਨਹੀਂ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਤੁਹਾਨੂੰ ਜਿਹੜੀ ਆ ਰੋਟੀ ਜ਼ਰੂਰ ਮਿਲਦੀ ਰਹੇਗੀ, ਪਰ ਪਹਿਲਾਂ ਵਾਲੇ ਦਿਨ ਜਿਹੜੇ ਹਨ ਹੁਣ ਤੁਹਾਡੇ ਉੱਤੇ ਛੇਤੀ ਨਹੀਂ ਆਉਣਗੇ। ਇਸੇ ਤਰ੍ਹਾਂ ਇੱਕ ਹੈ ਨਾ ਮਗਿਆਣੇ ਅਤੇ ਬਾਗਾਂ ਦੀ ਜਿਹੜੀ ਸੰਗਤ ਸੀਗੀ ਇੱਕ ਵਾਰੀ ਇਕੱਠੀ ਹੋ ਕੇ ਬਾਬਾ ਨਾਨਕ ਸਿੰਘ ਦੇ ਕੋਲ ਆਈ ਆ।
ਜਦ ਇਕੱਠੀ ਹੋ ਕੇ ਬਾਬਾ ਨਾਸੋ ਹੋਣਾ ਦੇ ਕੋਲ ਪਹੁੰਚੀ ਹੈ ਤੇ ਇਹਨਾਂ ਨੇ ਆ ਕੇ ਹੈ ਨਾ ਬਾਬਾ ਨਾਸੋ ਹੋਣਾ ਨੂੰ ਦੱਸਿਆ ਹੈਗਾ ਕਿ ਇੱਕ ਮੁਹਾਬਲ ਜਿਹੜਾ ਹੈ ਨਾ ਮੁਸਲਮਾਨ ਹੈਗਾ, ਜਿਹਦਾ ਨਾਮ ਮੁਹਾਬਲ ਹੱਕ ਹੈਗਾ, ਤੇ ਉਹਨੇ ਬਹੁਤ ਵੱਡਾ ਇੱਕ ਮੁਸਲਮਾਨਾਂ ਦਾ ਗੈਂਗ ਤਿਆਰ ਕਰ ਲਿਆ ਹੈਗਾ। ਸੋ ਉਹਨੇ ਇਹਦੇ ਵਿੱਚ ਹੈ ਨਾ ਪਿੰਡਾਂ ਦੀ ਲੁੱਟ ਮਾਰ ਸ਼ੁਰੂ ਕਰ ਦਿੱਤੀ ਹੈ। ਤੇ ਸਾਨੂੰ ਪਤਾ ਲੱਗਾ ਹੈਗਾ ਕਿ ਮਘਿਆਣਾ ਤੇ ਬਾਗਾ ਪਿੰਡ ਨੂੰ ਉਹਨੇ ਹੈ ਨਾ ਲੁੱਟਣ ਦੀ ਯੋਜਨਾ ਬਣਾਈ ਆ। ਇਸ ਕਰਕੇ ਅਸੀਂ ਹੈ ਨਾ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਤੁਸੀਂ ਕਿਰਪਾ ਕਰੋ ਤੇ ਸਾਡੀ ਰੱਖਿਆ ਕਰੋ। ਜਦੋਂ ਉਹਨਾਂ ਨੇ ਹੈ ਨਾ ਇਹ ਬੇਨਤੀ ਬਾਬਾ ਨਾਸੋ ਅੱਗੇ ਕੀਤੀ ਸੀ ਤੇ ਫਿਰ ਬਾਬਾ ਨਾਸੋ ਨੇ ਆਖਿਆ ਸੀਗਾ ਅਗਰ ਤੁਸੀਂ ਬੇਨਤੀ ਕਰਨੀ ਆ ਤੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਰੋ। ਜਦ ਇਹ ਗੱਲ ਹੋਈ ਸੀ ਉਹ ਸੰਗਤ ਸਾਰੀ ਸੋਚੀ ਪੈ ਗਈ ਵੀ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਬੇਨਤੀ ਕਿਵੇਂ ਕਰਾਂਗੇ। ਪਰ ਮਹਾਂਪੁਰਖਾਂ ਨੇ ਫਿਰ ਉਹਨੂੰ ਸਮਝਾਇਆ ਸੀਗਾ ਕਿ ਤੁਸੀਂ ਜਦੋਂ ਵੀ ਓਟ ਆਸਰਾ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਚੱਲਦੇ ਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਆਖਦੇ ਆ ਕਿ ਜਿਹੜੇ ਵਾਹਿਗੁਰੂ ਦੇ ਨਾਲ ਅਭੇਦ ਰੂਹਾਂ ਹਨ, ਸੰਤ ਮਹਾਂਪੁਰਖ ਹੈਗੀ, ਉਹਨਾਂ ਦੀ ਸੰਗਤ ਕਰੋ, ਉੱਥੇ ਤੁਹਾਡਾ ਪਾਰਾ ਤਾਰਾ ਹੋਊਗਾ। ਸੋ ਫਿਰ ਬਾਬਾ ਨੰਦ ਸਿੰਘ ਹੋਣਾ ਨੇ ਹੈ ਨਾ ਇਹਨਾਂ ਨੂੰ ਜਾਣੀ ਇਹ ਗੱਲ ਸਮਝਾਈ ਸੀ ਕਿ ਤੁਸੀਂ ਇਸ ਤਰ੍ਹਾਂ ਕਰ ਲਓ, ਅਗਰ ਤੁਹਾਨੂੰ ਹੈ ਨਾ ਬਹਾਵਲ ਹੱਕ ਦਾ ਜਿਹੜਾ ਗੈਂਗ ਹੈਗਾ ਉੱਥੋਂ ਜਿਹੜਾ ਹੈਗਾ ਨੁਕਸਾਨ ਹੋਣ ਦਾ ਖਦਸ਼ਾ ਜਾਂ ਜੋ ਡਰ ਤੁਹਾਡੇ ਅੰਦਰ ਬਣਿਆ ਹੈਗਾ, ਤੁਸੀਂ ਜਾ ਕੇ ਹੈ ਨਾ ਜਿਹੜੀ ਸਰਕਾਰੀ ਅਦਾਰਾ ਹੈਗਾ ਜਾਂ ਸਰਕਾਰੀ ਹਕੂਮਤ ਹੈਗੀ ਉੱਥੇ ਹੈ ਨਾ ਇੱਕ ਰਿਪੋਰਟ ਦਿਓ ਉਹਨਾਂ ਦੇ ਪ੍ਰਤੀ ਕਿ ਸਾਨੂੰ ਇਹਨਾਂ ਤੋਂ ਖਤਰਾ ਹੈਗਾ ਕਿ ਇਹ ਸਾਡੇ ਪਿੰਡ ਨੂੰ ਕਿਤੇ ਲੁੱਟਣ ਨਾ ਆ ਜਾਣ। ਪਰ ਇਹਨਾਂ ਨੇ ਇਕੱਠੇ ਹੋ ਕੇ ਬਾਬਾ ਨਾਸੋ ਨੂੰ ਦੱਸਿਆ ਕਿ ਵੀ ਦਰਅਸਲ ਕੀ ਕਰੀਏ, ਕਿਉਂਕਿ ਉਹ ਜਿਹੜੀ ਪੁਲਿਸ ਵਾ ਉਹ ਵੀ ਉਹਨਾਂ ਨਾਲ ਰਲੀ ਹੋਈ ਆ। ਸੋ ਜਿਹੜੇ ਮੌਕੇ ਦੇ ਹਕੂਮਤ ਦੇ ਜਿਹੜੇ ਜਿੰਨੇ ਵੀ ਕਰਮਚਾਰੀ ਹਨ ਕਹਿੰਦੇ ਉਹ ਸਾਡਾ ਸਾਥ ਨਹੀਂ ਦਿੰਦੇ, ਕਿਉਂਕਿ ਅੰਦਰੋਂ ਅੰਦਰ ਹੀ ਉਹ ਵੀ ਰਲੇ ਹੋਏ ਆ। ਜਦ ਬਾਬਾ ਨਾਸੋ ਹੋਣਾ ਨੇ ਉਹਨਾਂ ਨੇ ਇਹ ਗੱਲ ਦੱਸੀ ਸੀ, ਫਿਰ ਬਾਬਾ ਨਾਸੋ ਹੋਣੀ ਜੀ ਜਿਹੜੇ ਸੀ 1-2 ਮਿੰਟ ਵਾਸਤੇ ਚੁੱਪ ਕਰ ਗਏ। ਫਿਰ ਬਾਬਾ ਨਾਸੋ ਹੋਣਾ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ, ਆਪਣੇ ਪਿੰਡਾਂ ਦੇ ਵਿੱਚ ਜਾ ਕੇ ਜਿਹੜੀ ਤੁਹਾਡੇ ਪਿੰਡ ਦੀ ਧਰਮਸ਼ਾਲਾ ਜੋ ਸਾਂਝੀ ਜਗ੍ਹਾ ਚਾਹੇ ਪੰਚਾਇਤ ਦੀ ਹੈ ਨਾ, ਉੱਥੇ ਤੋਂ ਤੁਸੀਂ ਮਹਾਰਾਜ ਦਾ ਸਰੂਪ ਰੱਖ ਕੇ ਜਿਹੜੇ ਸੀਗੇ ਉੱਥੇ ਸਧਾਰਨ ਪਾਠ ਸ਼ੁਰੂ ਕਰੋ। ਸੋ ਗੁਰੂ ਜਿਹੜਾ ਹੈਗਾ ਉਹ ਆਪ ਜੀ ਦੀ ਰੱਖਿਆ ਕਰੇਗਾ। ਸੋ ਇਹ ਜਿਹੜੀ ਸੀ ਜੋ ਬਾਬਾ ਨਾਸੋ ਹੋਣਾ ਨੇ ਉਹਨਾਂ ਨੂੰ ਇਹ ਸਾਰਾ ਕੁਝ ਜੋ ਬਚਨ ਦੱਸੇ ਸੀਗੇ। ਸੋ ਮਘਿਆਣੇ ਤੇ ਬਾਗਾਂ ਦੀ ਸੰਗਤ ਨੇ ਜਾ ਕੇ ਹੈ ਨਾ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਸੀਗੇ ਉਹ ਸਧਾਰਨ ਪਾਠ ਸ਼ੁਰੂ ਕਰ ਦਿੱਤੇ। ਅਤੇ ਇੱਧਰੋਂ ਬਾਬਾ ਜੀ ਜਦ ਰਾਤ ਨੂੰ ਬੰਦਗੀ ਵਿੱਚ ਬੈਠੇ ਆ ਬਾਬਾ ਜੀ ਦੇ ਮਨ ਦੇ ਵਿੱਚ ਫੁਰਨਾ ਬਣਿਆ ਕਿ ਅਸੀਂ ਹੈ ਨਾ ਕਲਗੀਧਰ ਮਹਾਰਾਜ ਦੇ ਦਰਸ਼ਨ ਕਰਨੇ ਆ। ਜਦ ਫੁਰਨੇ ਦੀ ਖਿੱਚ ਬਣੀ ਹੈ ਅਤੇ ਇੱਧਰੋਂ ਕਲਗੀਧਰ ਮਹਾਰਾਜ ਨੇ ਹਜ਼ੂਰ ਸਾਹਿਬ ਦਾ ਜਿਹੜਾ ਮੇਨ ਗ੍ਰੰਥੀ ਸੇਵਾ ਕਰਦੇ ਆ ਉਹਨਾਂ ਨੂੰ ਜਾਣੀ ਕਿ ਜਿਹੜੀ ਸੀ ਇਹ ਗੱਲ ਕਹਿ ਦਿੱਤੀ ਸੀ ਕਿ ਤੁਸੀਂ ਅੱਜ ਖਿੱਚ ਦੀ ਜਿਹੜੀ ਹੈਗੀ ਜ਼ਿਆਦਾ ਖਿੱਚ ਦੀ ਅਰਦਾਸ ਨਹੀਂ ਕਰਨੀ, ਕਿਉਂਕਿ ਅਸੀਂ ਹੈ ਨਾ ਕਿਤੇ ਜ਼ਰੂਰੀ ਕੰਮ ਵਾਸਤੇ ਜਾ ਰਹੇ ਹਾਂ। ਇਹ ਕਹਿ ਕੇ ਕਲਗੀਧਰ ਮਹਾਰਾਜ ਜਿਹੜੇ ਸੀਗੇ ਇਹ ਆਵਾਜ਼ਾਂ ਦੇ ਕੇ ਜਦ ਇੱਥੇ ਬਾਬਾ ਨੰਦ ਸਿੰਘ ਹੋਣਾ ਦੇ ਪਾਸ ਮਘਿਆਣੇ ਪਹੁੰਚੇ ਆ, ਇੱਥੇ ਆ ਕੇ ਫਿਰ ਕਲਗੀਧਰ ਮਹਾਰਾਜ ਨੇ ਹੈ ਨਾ ਬਾਬਾ ਨੰਦ ਸਿੰਘ ਹੋਣਾ ਨੂੰ ਬਚਨ ਕੀਤਾ ਸੀਗਾ ਕਿ ਰਿਸ਼ੀ ਜੀ ਤੁਸੀਂ ਸਾਨੂੰ ਕਿਵੇਂ ਯਾਦ ਕੀਤਾ ਹੈ। ਸੋ ਫਿਰ ਬਾਬਾ ਨੰਦ ਸਿੰਘ ਹੋਣਾ ਨੇ ਕਲਗੀਧਰ ਮਹਾਰਾਜ ਦੇ ਨਾਲ ਜਿਹੜੇ ਸੀਗੇ ਇਹ ਜੋੜਾ ਖਤਰਾ ਸੀਗਾ ਇਹਨਾਂ ਦੇ ਪਿੰਡਾਂ ਨੂੰ, ਮਘਿਆਣੇ ਤੇ ਬਾਗਾਂ ਦੇ ਪਿੰਡਾਂ ਨੂੰ, ਇਸ ਖਤਰੇ ਦੀ ਸਾਰੀ ਖਬਰ ਜਿਹੜੀ ਸੀ ਕਲਗੀਧਰ ਮਹਾਰਾਜ ਨੂੰ ਜਿਹੜੀ ਸੀ ਦੱਸੀ ਸੀ। ਅਤੇ ਫਿਰ ਬਾਬਾ ਜੀ ਨੇ ਬੇਨਤੀ ਕੀਤੀ ਸੀ ਕਿ ਤੁਸੀਂ ਕਿਰਪਾ ਕਰੋ ਇਹਨਾਂ ਪਿੰਡਾਂ ਦੀ ਰੱਖਿਆ ਕਰੋ। ਜਦ ਬਾਬਾ ਜੀ ਨੇ ਬੇਨਤੀ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਉਹਨਾਂ ਟਾਈਮਾਂ 'ਚ ਕੀਤੀ ਸੀ, ਫਿਰ ਦੇਖੋ ਫਿਰ ਕਲਗੀਧਰ ਮਹਾਰਾਜ ਨੇ ਜਿਹੜਾ ਸੀਗਾ ਉਹ ਬਚਨ ਕੀਤਾ ਸੀਗਾ ਕਿ ਤੁਸੀਂ ਸਾਨੂੰ ਜੋ ਵੀ ਕਹੋ ਹੈ ਨਾ ਅਸੀਂ ਤੁਹਾਡਾ ਬਚਨ ਪਹਿਲ ਦੇ ਆਧਾਰ 'ਤੇ ਹੀ ਮੰਨਾਂਗੇ। ਸੋ ਜਦ ਇਹ ਜਿਹੜੇ ਬਚਨ ਸੀ ਪਰਸਪਰ ਹੋਏ ਆ, ਫਿਰ ਉਸ ਟਾਈਮ ਜਦ ਦਿਨ ਚੜ੍ਹਿਆ, ਸੋ ਇਹ ਜਿਹੜਾ ਬਹਾਵਲ ਹੱਕ ਸੀਗਾ ਹੈ ਨਾ ਜ਼ਿਆਦਾ ਇਹ ਉਸ ਦਰਿਆ ਦੇ ਕੰਢੇ ਦੂਸਰੇ ਪਾਸੇ ਆਪਣੇ ਬੰਦੇ ਲੈ ਕੇ ਬੈਠਾ ਹੋਇਆ ਸੀਗਾ ਕੰਢੀ ਦੇ ਉੱਤੇ। ਅਤੇ ਜਦ ਕੰਢੀ 'ਤੇ ਇਹ ਆਪਣੇ ਬੰਦੇ ਲੈ ਕੇ ਬੈਠਾ ਹੋਇਆ ਸੀਗਾ ਅਤੇ ਜਦ ਦਿਨ ਚੜ੍ਹਿਆ ਜਦੋਂ ਇਹ ਤੁਰਨ ਲੱਗੇ ਤਾਂ ਇਹਨੇ ਦਰਿਆ ਦੇ ਦੂਸਰੇ ਪਾਸੇ ਕੀ ਦੇਖਿਆ ਕਿ ਇਹਨਾਂ ਨੂੰ ਚਿੱਟੇ ਅਤੇ ਨੀਲੇ ਕੱਪੜਿਆਂ ਦੇ ਉੱਤੇ ਹੈ ਨਾ ਸ਼ਹੀਦ ਸਿੰਘਾਂ ਦੀਆਂ ਫੌਜਾਂ ਨੇ ਦਿਖਾਈ ਦਿੱਤੀ ਆ, ਅਤੇ ਘੋੜਿਆਂ ਦੇ ਉੱਤੇ ਜਿਹੜੀ ਸੀ ਇੱਧਰ ਉੱਧਰ ਘੁੰਮਦਿਆਂ ਦੀ ਜ਼ਿਆਦਾ ਜਿਹੜੀ ਸੀ ਉਹ ਸਿੱਧੀ ਸਪਸ਼ਟ ਦਿਖਾਈ ਇਹਨਾਂ ਨੂੰ ਲੋਕਾਂ ਨੂੰ ਪਈ ਆ। ਇਹ ਮਨ ਹੀ ਮਨ ਦੇਖ ਕੇ ਇਹਨੂੰ ਬੜੇ ਹੈਰਾਨ ਹੋ ਗਏ ਕਿ ਸਿੱਖਾਂ ਦੀਆਂ ਫੌਜਾਂ ਇਸ ਪਾਸੇ ਕਿਵੇਂ ਆ ਗਈਆਂ ਹੈ। ਇਹ ਸੋਚ ਕੇ ਹਜੇ ਦੇਖਦੇ ਸੀਗੇ ਕਿ ਸ਼ਹੀਦ ਸਿੰਘਾਂ ਦੀਆਂ ਫੌਜਾਂ ਦੇ ਵਿੱਚੋਂ ਵੀ ਜਦ ਗੋਲੀਆਂ ਚੱਲਣ ਦੀ ਆਵਾਜ਼ ਇਹਨਾਂ ਨੇ ਸੁਣੀ ਆ, ਅਤੇ ਜਿਹੜੇ ਬਹਾਵਲ ਹੱਕ ਦੇ ਬੰਦੇ ਸੀਗੇ ਹੈ ਨਾ ਇਹਨਾਂ ਦੇ ਵਿੱਚ ਸਹਿਮ ਅਤੇ ਡਰ ਬੜਾ ਜਿਹੜਾ ਸੀ ਉਹ ਬਣ ਗਿਆ। ਸੋ ਇਹਨਾਂ ਦਾ ਫਿਰ ਜਿਗਰਾ ਨਹੀਂ ਪਿਆ ਹੈਗਾ ਕਿ ਮਘਿਆਣੇ ਅਤੇ ਬਾਗਾਂ ਦੇ ਪਿੰਡ ਜਿਹੜੇ ਹੈ ਇਹਨਾਂ ਨੂੰ ਲੁੱਟਣ ਦੀ ਜਿਹੜੀ ਇਹਨਾਂ ਨੇ ਸਕੀਮ ਬਣਾਈ ਸੀ ਵੀ ਇਸ ਨੂੰ ਪੂਰਾ ਕੀਤਾ ਜਾ ਸਕੇ। ਸੋ ਇਹ ਲੋਕ ਹੈ ਨਾ ਦਰਿਆ ਦੇ ਦੂਸਰੇ ਪਾਸੇ ਬੈਠੇ ਹੀ ਜਿਹੜੀ ਸੀ ਇਹ ਸਾਰੀ ਘਟਨਾ ਨੂੰ ਦੇਖ ਕੇ ਬੜੇ ਭੈਭੀਤ ਹੋਏ ਸੀ। ਪਰ ਕੁਦਰਤ ਦਾ ਖੇਡ ਐਸਾ ਵਰਤਿਆ ਸੀਗਾ ਕਿ ਕੁਝ ਸਮੇਂ ਬਾਅਦ ਹੈ ਨਾ ਫਿਰ ਲਾਹੌਰ ਤੋਂ ਜਿਹੜੀ ਸੀ ਉਸ ਟਾਈਮ ਆਰਮੀ ਵੀ ਜਿਹੜੀ ਸੀ ਇੱਥੇ ਪਹੁੰਚ ਗਈ, ਅਤੇ ਉਸ ਮਿਲਟਰੀ ਨੇ ਫਿਰ ਆ ਕੇ ਬਹਾਵਲ ਹੱਕ ਨੂੰ ਗ੍ਰਿਫਤਾਰ ਕਰ ਲਿਆ ਸੀਗਾ।
ਫਿਰ ਦੇਖੋ ਜਦ ਬਹਾਵਲ ਹੱਕ ਨੂੰ ਜੇਲ੍ਹ ਹੋਈ ਆ, ਜੇਲ੍ਹ ਦੇ ਅੰਦਰ ਇਹਦੇ ਪੇਟ ਦੇ ਵਿੱਚ ਐਸੀ ਸੂਲ ਐਸੀ ਦਰਦ ਹੋਈ ਸੀ। ਫਿਰ ਇਹਦਾ ਜਿਹੜਾ ਸੀਗਾ ਅੰਤ ਸਮਾਂ ਉਸ ਜੇਲ੍ਹ ਦੇ ਵਿੱਚ ਹੀ ਜਿਹੜਾ ਸੀਗਾ ਉਹ ਪੂਰਾ ਹੋ ਗਿਆ ਸੀ ਕਿ ਉਹਦੇ ਵਿੱਚ ਫਿਰ ਬਹਾਵਲ ਹੱਕ ਇਸੇ ਦਰਦ ਨਾਲ ਮਾਰਿਆ ਸੀਗਾ। ਤਾਂ ਜਾ ਕੇ ਇਹਦੀ ਜੋ ਜ਼ੋਰ ਦਾ ਇਹ ਕੰਮ ਕਰਦਾ ਸੀ, ਪਿੰਡਾਂ ਨੂੰ ਲੁੱਟਦਾ ਸੀਗਾ, ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾਉਂਦਾ ਸੀਗਾ, ਹੈ ਨਾ, ਉਹਦਾ ਪਾਪੇ ਨੂੰ ਜਿਹੜਾ ਡੰਡ ਹੈਗਾ ਉਹ ਜੇਲ੍ਹ ਦੇ ਵਿੱਚ ਹੀ ਫਿਰ ਮਿਲ ਗਿਆ ਸੀਗਾ। ਉਸ ਤੋਂ ਬਾਅਦ ਫਿਰ ਜਦ ਬਾਬਾ ਨੰਦ ਸਿੰਘ ਹੁਣਾਂ ਨੇ ਇਹ ਜਿਹੜਾ ਸੀਗਾ ਇਹਨਾਂ ਪਿੰਡਾਂ ਦੀ ਇਸ ਵਿਧੀ ਦੇ ਰਾਹੀਂ ਇਸ ਤਰੀਕੇ ਦੇ ਨਾਲ ਹੀ ਰੱਖਿਆ ਕੀਤੀ ਸੀ। ਫਿਰ ਦੇਖੋ ਇੱਕ ਬਾਬਾ ਜੀ ਦੇ ਕੋਲ ਲਾਲਟਨ ਟੰਗਣ ਵਾਸਤੇ ਇੱਕ ਬਹੁਤ ਵੱਡੀ ਲੱਕੜ ਦੀ ਜਿਹੜੀ ਸੀ ਉਹ ਇੱਕ ਨਾ ਮੋੜੀ ਗੱਡੀ ਹੁੰਦੀ ਸੀ ਬਾਬਾ ਜੀ ਨੇ, ਜਿੱਥੇ ਬਾਬਾ ਜੀ ਬੈਠ ਕੇ ਬੰਦਗੀ ਕਰਦੇ ਸੀ। ਅਤੇ ਉਸ ਮੋੜੀ ਦੇ ਉੱਤੇ ਸਾਰੀ ਰਾਤ ਲੈਂਪ ਜਗਦੀ ਰਹਿੰਦੀ ਸੀ ਰੋਸ਼ਨੀ ਵਾਸਤੇ। ਜਦ ਰਾਤ ਹੋਈ ਆ ਤਾਂ ਫਿਰ ਕਲਗੀਧਰ ਮਹਾਰਾਜ ਦਾ ਆਵਾਜ਼ ਆ ਗਿਆ ਨਾ ਉਸ ਮੋੜੀ 'ਤੇ ਬੈਠਾ ਹੈ। ਜਦ ਬਾਜ ਜਿਹੜਾ ਸੀਗਾ ਉਸ ਮੋੜੀ 'ਤੇ ਬੈਠਾ ਹੈ ਅਤੇ ਬਾਬਾ ਜੀ ਨੇ ਫਿਰ ਉਸ ਟਾਈਮ ਜਿਹੜੇ ਭਾਈ ਉੱਤਮ ਸਿੰਘ ਸੀ ਹਜ਼ੂਰੀਏ ਸੀਗੇ ਬਾਬਾ ਜੀ ਦੇ, ਉਹਨਾਂ ਨੂੰ ਕਹਿ ਤਾ ਕਿ ਕਲਗੀਧਰ ਮਹਾਰਾਜ ਦਾ ਆਵਾਜ਼ ਆਇਆ ਹੈਗਾ ਅਤੇ ਇਹਦੀ ਤੁਸੀਂ ਸੇਵਾ ਕਰੋ। ਸੋ ਭਾਈ ਉੱਤਮ ਸਿੰਘ ਜੀ ਨੇ ਪਹਿਲਾਂ ਤਾਂ ਉਸ ਬਾਜ ਦੀਆਂ 4 ਪਰਿਕਰਮਾ ਕੀਤੀਆਂ, ਫਿਰ ਮੱਥਾ ਟੇਕਿਆ, ਫਿਰ ਬਹੁਤ ਵਧੀਆ ਇੱਕ ਚੂਰੀ ਲਿਆ ਕੇ ਨਾ ਉਸ ਬਾਜ ਨੂੰ ਛਕਾਈ ਆ। ਜਦ ਚੂਰੀ ਜਿਹੜੀ ਬਾਜ ਨੂੰ ਲੈ ਕੇ ਛਕਾਈ ਆ, ਇਹ ਬਾਜ ਫਿਰ 2 ਦਿਨ ਰਿਹਾ ਹੈਗਾ। ਅਤੇ ਜਿਸ ਤੋਂ ਸੰਗਤ ਨੂੰ ਪਤਾ ਲੱਗਾ ਕਿ 2 ਦਿਨ ਕਲਗੀਧਰ ਮਹਾਰਾਜ ਜਿਹੜੇ ਸੀ ਬਾਬਾ ਨੰਦ ਸਿੰਘ ਦੇ ਪਾਸ ਜਿਹੜੇ ਸੀ ਉਹ ਗੁਪਤ ਰੂਪ ਦੇ ਵਿੱਚ ਬੈਠੇ ਰਹੇ ਆ। ਆਪਸ ਵਿੱਚ ਪਰਸਪਰ ਜਿਹੜੇ ਸੀ ਦੋਨਾਂ ਦੇ ਬਚਨ ਵਿਲਾਸ ਵੀ ਹੁੰਦੇ ਰਹੇ ਆ। ਸੋ ਇੰਨੇ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਸੋ ਹੋਈਆਂ ਭੁੱਲਾਂ ਚੁੱਕਣ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।